ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਬੱਚਿਓ, ਸਾਰਿਆਂ ਨੂੰ ਯਿਸੂ ਮਸੀਹ ਦੀ ਅੱਜ ਅਸੀਂ ਸਾਰੇ ਇੱਕ ਹੋਰ ਵਾਰੀ ਖੁਦਾ ਦੇ ਪਵਿੱਤਰ ਕਲਾਮ ਨੂੰ ਸੁਣਨ ਲਈ 8ਵੀਂ ਕਲਾਸ ਦੇ ਤਾਲੀਮ ਪੜ੍ਹਨ ਲਈ ਇਸ ਸਮਾਂ ਪ੍ਰਾਰਥਨਾ ਭਵਨ ਟੀਵੀ ਦੇ ਜ਼ਰੀਏ ਇਕੱਠੇ ਹੋਏ ਹਾਂ। ਸੋ ਸਾਰਿਆਂ ਦਾ ਅੱਜ ਦੀ ਇਸ ਕਲਾਸ ਦੇ ਵਿੱਚ ਜੀ ਆਇਆਂ ਨੂੰ। ਤੇ ਸਭ ਤੋਂ ਪਹਿਲਾਂ ਆਈਏ ਅਸੀਂ ਸਾਰੇ ਅੱਜ ਦੀ ਇਸ ਕਲਾਸ ਇੱਕ ਪ੍ਰਾਰਥਨਾ ਦੇ ਜ਼ਰੀਏ ਸ਼ੁਰੂ ਕਰਾਂਗੇ। ऐ पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। ਪਿਆਰੇ ਬੱਚਿਓ, ਅੱਜ ਦਾ ਦਿਨ ਅਸੀਂ ਅਧਿਆਇ 8 ਪੜ੍ਹਨ ਲਈ ਜਾ ਰਹੇ ਹਾਂ। ਸੋ ਅੱਜ ਦਾ ਅਧਿਆਇ ਦਾ ਨਾਮ ਹੈ ਟਾਈਟਲ ਪ੍ਰਭੂ ਯਿਸੂ ਸਾਡੇ ਲਈ ਮਰ ਗਏ। ਪ੍ਰਭੂ ਯਿਸੂ ਮਸੀਹ ਦਾ ਇਸ ਧਰਤੀ ਤੇ ਆਉਣ ਦਾ ਇੱਕ ਕਾਰਨ ਸੀ। ਪ੍ਰਭੂ ਯਿਸੂ ਮਸੀਹ ਨੂੰ ਇਸ ਧਰਤੀ ਉੱਤੇ ਖੁਦਾ ਬਾਪ ਕੱਲਣ ਦਾ ਇੱਕ ਕਾਰਨ ਸੀ। ਉਹੀ ਹੈ ਇਸ ਦੁਨੀਆ ਦੀ ਮੁਕਤੀ, ਇਸ ਦੁਨੀਆ ਨੂੰ ਨਜਾਤ ਬਖਸ਼ਣਾ, ਦੁਨੀਆ ਦੇ ਹਰ ਇੱਕ ਦੇ ਗੁਨਾਹ ਨੂੰ ਚੁੱਕੇ ਦੁਨੀਆ ਦੇ ਹਰ ਇੱਕ ਇਨਸਾਨ ਨੂੰ ਇਸ ਗੁਨਾਹ ਤੋਂ, ਪਾਪਾਂ ਦੇ ਹਨੇਰੇ ਤੋਂ ਬਚਾਉਣਾ ਹੈ। ਇਸ ਮਕਸਦ ਲਈ ਪ੍ਰਭੂ ਯਿਸੂ ਮਸੀਹ ਇੱਕ ਮਨੁੱਖ ਦਾ ਰੂਪ ਧਾਰ ਲਿਆ ਅਤੇ ਪ੍ਰਭੂ ਯਿਸੂ ਮਸੀਹ ਮਨੁੱਖ ਬਣ ਕੇ ਇਸ ਧਰਤੀ ਤੋਂ ਜਨਮ ਲਿਆ ਅਤੇ ਸਾਨੂੰ ਨਜਾਤ ਬਖਸ਼ਿਆ ਹੈ, ਮਰ ਕੇ ਅਤੇ ਫਿਰ ਜੀ ਉੱਠਣ ਦੇ ਰਾਹੀਂ। ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੇ ਮੌਤ ਦੇ ਬਾਰੇ ਮਨੋਚਿੰਤਨ ਕਰਾਂਗੇ। ਅੱਜ ਦੇ ਇਸ ਅਧਿਆਇ ਦੇ ਵਿੱਚ ਅਸੀਂ ਖਾਸ ਕਰਕੇ 20 ਵੱਖ ਟੌਪਿਕ ਦੇ ਬਾਰੇ ਪੜਾਂਗੇ ਅਤੇ ਆਖਿਰ ਵਿੱਚ 7 ਸਵਾਲ ਜਵਾਬ ਵੀ ਹੋਵੇਗਾ। ਸੋ ਆਈਏ ਅਸੀਂ ਅੱਜ ਦੀ ਇਸ ਤਾਲੀਮ ਦੇ ਵਿੱਚ ਧਿਆਨ ਲਾਈਏ ਅਤੇ ਵਧੀਆ ਢੰਗ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਬਾਰੇ ਹੋਰ ਵੀ ਜਾਣਕਾਰੀ ਪ੍ਰਾਪਤ ਕਰੀਏ। ਪ੍ਰਭੂ ਯਿਸੂ ਮਸੀਹ ਦੀ ਮੌਤ ਤੋਂ ਪਹਿਲਾਂ ਉਹਨਾਂ ਨੇ ਗੈਤਸਮਨੀ ਬਾਗ ਦੇ ਵਿੱਚ ਦੁਆ ਕਰਨ ਲਈ ਪਹੁੰਚ ਗਏ। ਉਹਨਾਂ ਦੇ ਰਸੂਲਾਂ ਨੂੰ ਨਾਲ ਲੈ ਕੇ ਉਸ ਸਮਾਂ ਪ੍ਰਭੂ ਯਿਸੂ ਮਸੀਹ ਦੇ ਜਾਨ ਕੰਦਨੀ ਦੇ ਸਮਾਂ ਉੱਥੇ ਬੈਠ ਕੇ ਪ੍ਰਾਰਥਨਾ ਕਰਨ ਲੱਗੇ ਅਤੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇਹ ਕਿਹਾ ਕਿ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੇ। ਤੁਸੀਂ ਦੁਆ ਕਰਦੇ ਰਹੋ, ਕਿਉਂਕਿ ਪ੍ਰਭੂ ਯਿਸੂ ਮਸੀਹ ਖੁਦ ਜਾਣਦਾ ਸੀ ਕਿ ਉਹਨਾਂ ਦੇ ਵਕਤ ਪਹੁੰਚ ਗਏ ਅਤੇ ਇਸ ਕਰਕੇ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਚੇਲਿਆਂ ਨੂੰ ਵੀ ਕਿਹਾ ਹੁਣ ਤੁਸੀਂ ਵੀ ਦੁਆ ਕਰਦੇ ਰਹੋ, ਪ੍ਰਾਰਥਨਾ ਕਰੋ ਤਾਂ ਕਿ ਤੁਸੀਂ ਕੋਈ ਵੀ ਪ੍ਰੀਖਿਆ ਦੇ ਵਿੱਚ, ਪਰਤਾਵੇ ਦੇ ਵਿੱਚ ਨਾ ਪਵੇ। ਤੇ ਪਿਆਰਿਓ, ਅਸੀਂ ਵੇਖ ਸਕਦੇ ਹਾਂ ਪ੍ਰਭੂ ਯਿਸੂ ਮਸੀਹ ਥੋੜ੍ਹੇ ਸਮਾਂ ਪ੍ਰਾਰਥਨਾ ਕਰਨ ਤੋਂ ਬਾਅਦ ਜਦੋਂ ਵਾਪਸ ਆਏ ਉਸ ਸਮਾਂ ਉਹਨਾਂ ਨੇ ਵੇਖਿਆ ਕਿ ਉਹਨਾਂ ਦੇ ਰਸੂਲਾਂ, ਉਹਨਾਂ ਦੇ ਚੇਲੇ ਸੁੱਤੇ ਪਏ। ਹਾਂ, ਪ੍ਰਭੂ ਯਿਸੂ ਮਸੀਹ ਫਿਰ ਉਹਨਾਂ ਨੂੰ ਇਹ ਗੱਲ ਕਹੀ ਕਿ ਘੱਟੋ ਘੱਟ ਤੁਸੀਂ ਮੇਰੇ ਨਾਲ ਬੈਠ ਕੇ ਦੁਆ ਨਹੀਂ ਕਰ ਸਕਦੇ, ਪ੍ਰਾਰਥਨਾ ਨਹੀਂ ਕਰ ਸਕਦੇ। ਬਾਅਦ ਵਿੱਚ ਫਿਰ ਪ੍ਰਭੂ ਯਿਸੂ ਮਸੀਹ ਚਲੇ ਜਾਂਦਾ ਹੈ ਦੁਆ ਕਰਨ ਲਈ। ਉਸ ਮਸ ਵੇਖਦੇ ਹਾਂ ਪ੍ਰਭੂ ਯਿਸੂ ਮਸੀਹ ਖੁਦਾ ਬਾਪ ਕੋਲੋਂ ਇਹ ਮੰਗ ਕਰਦਾ ਹੈ, ਇਹ ਬਾਪ ਜੇਕਰ ਤੁਸੀਂ ਚਾਹੋ
ਤਾਂ ਇਹ ਪਿਆਲਾ ਮੇਰੇ ਤੋਂ ਹਟਾ ਲਵੋ। ਫਿਰ ਵੀ ਮੇਰੀ ਇੱਛਾ ਨਹੀਂ, ਤੁਹਾਡੀ ਇੱਛਾ ਪੂਰੀ ਹੋਵੇ। ਖੁਦਾ ਦੀ ਮਰਜ਼ੀ ਇਹੀ ਸੀ ਕਿ ਉਹਨਾਂ ਦੇ ਇਕਲੌਤਾ ਬੇਟਾ ਪ੍ਰਭੂ ਯਿਸੂ ਮਸੀਹ ਇਸ ਧਰਤੀ ਉੱਤੇ ਆਪਣਾ ਜਾਨ ਕੁਰਬਾਨ ਕਰਨੇ ਆ, ਅਤੇ ਉਹੀ ਪ੍ਰਭੂ ਯਿਸੂ ਮਸੀਹ ਉਹਨਾਂ ਦੀ ਮੌਤ ਤੋਂ ਬਾਅਦ ਫਿਰ ਜੀ ਉੱਠਣਾ ਹੈ, ਤੀਜਾ ਦਿਨ ਜੀ ਉੱਠਣਾ। ਉਹ ਖੁਦਾ ਦੀ ਮਰਜ਼ੀ ਸੀ, ਅਤੇ ਉਸ ਪਿਆਲਾ ਪ੍ਰਭੂ ਯਿਸੂ ਮਸੀਹ ਪੀਣਾ ਹੀ ਜ਼ਰੂਰੀ ਸੀ। ਅਸੀਂ ਵੇਖਦੇ ਹਾਂ ਪਹਿਲਾ ਟੌਪਿਕ, ਜਿਹਦੇ ਵਿੱਚ ਯਹੂਦਾ ਦਾ ਯਿਸੂ ਨਾਲ ਵਿਸ਼ਵਾਸਘਾਤ। ਸਾਨੂੰ ਪਤਾ ਪ੍ਰਭੂ ਯਿਸੂ ਮਸੀਹ ਦੇ 12 ਰਸੂਲਾਂ ਸਨ। 12 ਰਸੂਲਾਂ ਦੇ ਵਿੱਚੋਂ ਇੱਕ ਹੈ ਯਹੂਦਾ ਇਸਕਰੀਤੀ, ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦਾ ਵਿਸ਼ਵਾਸਘਾਤ ਕੀਤਾ। ਸੰਤ ਯੋਹੰਨਾ ਦੀ ਅੰਜੀਲ ਉਸ ਦਾ 18 ਬਾਬ ਦੇ ਪਹਿਲਾ ਆਇਤ ਤੋਂ 11ਵਾਂ ਆਇਤ ਤੱਕ ਅਸੀਂ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਇਸ ਰਸੂਲ ਪ੍ਰਭੂ ਯਿਸੂ ਦੇ ਚੇਲਾ ਪ੍ਰਭੂ ਯਿਸੂ ਦਾ ਵਿਸ਼ਵਾਸਘਾਤ ਕੀਤਾ, ਅਤੇ ਕਿਸ ਤਰ੍ਹਾਂ ਉਹ ਮਹਾਪੁਰੋਹਿਤਾਂ ਨੂੰ ਅਤੇ ਬਾਕੀ ਜਿਹੜੇ ਨੇਤਾਵਾਂ ਹਨ, ਧਰਮ ਗ੍ਰੰਥੀਆਂ ਹਨ, ਉਹਨਾਂ ਦੇ ਹੱਥਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਫੜਵਾਇਆ। ਇੱਕ ਚੁੰਮਣ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਨੂੰ ਯਹੂਦਾ ਇਸਕਰੀਤਾ ਨੇ ਮਹਾਪੁਰੋਹਿਤਾਂ ਦੇ ਹੱਥਾਂ ਦੇ ਵਿੱਚ ਹਵਾਲੇ ਕਰ ਦਿੱਤੇ। ਸੋ ਇਹ ਯਹੂਦਾ ਇਸਕਰੀਤੀ ਦੇ ਬਾਰੇ ਅਸੀਂ ਵੇਖਦੇ ਹਾਂ। ਉਸ ਤੋਂ ਬਾਅਦ ਅਸੀਂ ਪੜਾਂਗੇ ਪਤਰਸ ਦਾ ਇਨਕਾਰ। ਭਵਿੱਖਬਾਣੀ ਪਹਿਲੇ ਹੀ ਪ੍ਰਭੂ ਯਿਸੂ ਮਸੀਹ ਨੇ ਕੀਤੀ ਸੀ ਕਿ ਕੁੱਕੜ ਨੇ ਬਾਂਗ ਦੇਣ ਤੋਂ ਪਹਿਲਾਂ ਪਤਰਸ ਪ੍ਰਭੂ ਯਿਸੂ ਮਸੀਹ ਨੂੰ 3 ਵਾਰੀ ਇਨਕਾਰ ਕਰਨਗੇ, ਅਤੇ ਉਹ ਸੱਚਮੁੱਚ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਉਸੇ ਤਰ੍ਹਾਂ ਹੋਇਆ। ਸੰਤ ਯੋਹੰਨਾ ਦੀ ਅੰਜੀਲ ਉਸ ਦਾ 18 ਬਾਬ ਦੇ 15 ਆਇਤ ਤੋਂ 18 ਆਇਤ ਤੱਕ, ਅਤੇ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਸੰਤ ਪਤਰਸ ਇਨਕਾਰ ਕਰਦਾ ਹੈ 25 ਆਇਤ ਤੋਂ 27 ਆਇਤ ਤੱਕ, ਜਿੱਥੇ ਪਤਰਸ ਜੋ ਪ੍ਰਭੂ ਦੇ ਨਾਲ ਹਮੇਸ਼ਾ ਜੁੜੇ ਰਹਿੰਦਾ ਸੀ, ਪ੍ਰਭੂ ਨੂੰ ਆਪਣੇ ਖੁਦਾ ਆਪਣੇ ਮਸੀਹਾ ਮੰਨਿਆ, ਯਹੀ ਰਸੂਲ ਨੇ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕੀਤਾ। ਸੱਚਾਈ ਇਹੀ ਹੈ, ਸੰਤ ਪਤਰਸ ਦੇ ਇਸ ਇਨਕਾਰ ਦੇ ਰਾਹੀਂ ਉਹ ਆਪਣੇ ਵਿਸ਼ਵਾਸ ਨੂੰ ਵੀ ਮਜ਼ਬੂਤ ਕੀਤਾ ਹੈ। ਬਾਅਦ ਵਿੱਚ ਅਸੀਂ ਵੇਖਦੇ ਹਾਂ ਉਹੀ ਸੰਤ ਪਤਰਸ ਪ੍ਰਭੂ ਯਿਸੂ ਦੇ ਜੀ ਉੱਠਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਇਹ ਸਵਾਲ ਪੁੱਛੇ ਕਿ ਪਤਰਸ ਤੂੰ ਮੈਨੂੰ ਪਿਆਰ ਕਰਦੇ ਹੋ? 3 ਵਾਰੀ ਇਹ ਸਵਾਲ ਪੁੱਛਦਾ ਹੈ, ਅਤੇ ਪਤਰਸ ਉਸ ਦੇ ਲਈ ਸਹੀ ਜਵਾਬ ਦਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਦਾ ਹੈ। ਇਹਦੇ ਬਾਰੇ ਅਸੀਂ ਪੜ੍ਹਦੇ ਹਾਂ। ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਯਿਸੂ ਪਿਲਾਤੁਸ ਦੇ ਸਾਹਮਣੇ ਪ੍ਰਭੂ ਯਿਸੂ ਮਸੀਹ ਉਹਨਾਂ ਸਾਰੇ ਧਰਮ ਗ੍ਰੰਥੀਆਂ ਦੇ ਅਤੇ ਮਹਾਪੁਰੋਹਿਤਾਂ ਉਹਨਾਂ ਸਾਰਿਆਂ ਦੇ ਹੱਥਾਂ ਦੇ ਵਿੱਚ ਉਹਨਾਂ ਨੂੰ ਫੜਵਾਏ ਗਏ, ਤੇ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਸੰਤ ਪਤਰਸ ਇਨਕਾਰ ਕਰਦਾ ਹੈ ਪ੍ਰਭੂ ਯਿਸੂ ਨੂੰ। ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਪ੍ਰਭੂ ਯਿਸੂ ਮਸੀਹ ਨੂੰ ਲੈ ਕੇ ਜਾਂਦਾ ਪਿਲਾਤੁਸ ਕੋਲ, ਉਹਨਾਂ ਦੇ ਮੌਤ ਦੇ ਸਜ਼ਾ ਦਿਵਾਉਣ ਲਈ ਲੋਕ ਉਹਨਾਂ ਕੋਲ ਲੈ ਕੇ ਜਾਂਦੇ ਹਨ। ਅਸੀਂ ਪੜ੍ਹਦੇ ਹਾਂ ਪ੍ਰਭੂ ਯਿਸੂ ਮਸੀਹ ਨੂੰ ਪਿਲਾਤੁਸ ਵੀ ਨਿਰਦੋਸ਼ ਸਮਝਦਾ ਸੀ। ਨਿਰਦੋਸ਼ ਯਾਨੀ ਕੋਈ ਗੁਨਾਹ ਉਹਨਾਂ ਨੇ ਨਹੀਂ ਕੀਤੇ। ਸੋ ਪਿਲਾਤੁਸ ਇਸ ਤਰ੍ਹਾਂ ਸਮਝਦੇ ਹੋਏ ਪ੍ਰਭੂ ਯਿਸੂ ਮਸੀਹ ਨੂੰ ਇਹ ਸਵਾਲ ਪੁੱਛਦਾ ਹੈ, ਜਿਸ ਤਰ੍ਹਾਂ ਲੋਕਾਂ ਨੇ ਕਿਹਾ ਕਿ ਇਹ ਯਹੂദിਆਂ ਦਾ ਰਾਜਾ ਹੈ। ਸੋ ਪਿਲਾਤੁਸ ਨੇ ਇਹ ਸਵਾਲ ਪੁੱਛਦਾ ਹੈ ਕਿ ਤੁਸੀਂ ਯਹੂਦੀਆਂ ਦੇ ਰਾਜੇ ਹੋ? ਇਹ ਸਵਾਲ ਪੁੱਛਦਾ ਹੈ। ਪ੍ਰਭੂ ਯਿਸੂ ਮਸੀਹ ਦਾ ਜਵਾਬ ਇਹ ਸੀ, ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ। ਜੇਕਰ ਮੇਰਾ ਰਾਜ ਇਸ ਸੰਸਾਰ ਦਾ ਹੁੰਦਾ ਤਾਂ ਮੇਰੇ ਸੇਵਕ ਮੇਰੇ ਵੱਲੋਂ ਲੜਦੇ ਭਈ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ, ਪਰ ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ। ਪ੍ਰਭੂ ਯਿਸੂ ਮਸੀਹ ਖੁਦਾ ਦੇ ਰਾਜ ਸਵਰਗ ਰਾਜ ਦੇ ਬਾਰੇ ਸਮਝਾਉਂਦਾ ਹੈ, ਅਤੇ ਉਸ ਸਵਰਗ ਰਾਜ ਦੇ ਰਾਜਾ ਬਣ ਕੇ ਅਸਾਂ ਸਾਰਿਆਂ ਨੂੰ ਨਜਾਤ ਬਖਸ਼ਣ ਲਈ ਪ੍ਰਭੂ ਯਿਸੂ ਮਸੀਹ ਉਸ ਸਮਾਂ ਪਿਲਾਤੁਸ ਦੇ ਸਾਹਮਣੇ ਐਲਾਨ ਕਰਦਾ ਹੈ। ਦੇਖਿਓ ਪ੍ਰਭੂ ਯਿਸੂ ਮਸੀਹ ਖੁਦਾ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਛੋਟਾ ਸਮਝਦਾ ਹੈ, ਆਪਣੇ ਆਪ ਨੂੰ ਰਾਜਾ ਨਹੀਂ ਸਮਝਦਾ, ਸਗੋਂ ਪ੍ਰਭੂ ਯਿਸੂ ਮਸੀਹ ਸੇਵਾਦਾਰ ਸਮਝ ਕੇ ਲੋਕਾਂ ਦੇ ਲਈ ਗੱਲ ਕਰਦਾ ਹੈ, ਲੋਕਾਂ ਦੇ ਰਿਆਜ਼ ਦੇ ਲਈ, ਉਹਨਾਂ ਦੇ ਗੁਨਾਹ ਤੋਂ ਉਹਨਾਂ ਨੂੰ ਬਚਾਉਣ ਲਈ ਪ੍ਰਭੂ ਯਿਸੂ ਪਿਲਾਤੁਸ ਨੂੰ ਵੀ ਕਹਿੰਦਾ ਹੈ। ਸੋ ਪਿਆਰੇ ਬੱਚਿਓ, ਪਿਲਾਤੁਸ ਦੇ ਸਾਹਮਣੇ ਪ੍ਰਭੂ ਯਿਸੂ ਮਸੀਹ ਨੂੰ ਲੈ ਕੇ ਜਾਣ ਦੇ ਰਾਹੀਂ ਉਸ ਸਮਾਂ ਉਹਨਾਂ ਨੇ ਇਹ ਕਿਹਾ, ਮੈਂ ਇਹਨਾਂ ਦੇ ਵਿੱਚ ਕੋਈ ਦੋਸ਼ ਨਹੀਂ ਦੇਖਦਾ, ਕੋਈ ਵੀ ਤਰ੍ਹਾਂ ਦੇ ਗੁਨਾਹ ਨਹੀਂ ਦੇਖਦਾ, ਤੇ ਬਾਅਦ ਵਿੱਚ ਉਹ ਅੱਗੇ ਭੇਜ ਦਿੰਦਾ ਹੈ, ਪੇਸ਼ ਕਰਦਾ ਹੈ। ਸੋ ਇਹ ਪਿਲਾਤੁਸ ਦੇ ਸਾਹਮਣੇ ਜੋ ਵੀ ਗੱਲਾਂ ਹੋ ਗਈਆਂ ਅਸੀਂ ਪਵਿੱਤਰ ਵਚਨ ਦੇ ਵਿੱਚ ਪੜ੍ਹਦੇ ਹਾਂ। ਸੰਤ ਯੋਹੰਨਾ ਦੀ ਅੰਜੀਲ ਉਸ ਦਾ 18 ਬਾਬ ਦੇ 28 ਆਇਤ ਤੋਂ 38 ਆਇਤ ਤੱਕ, ਜਿੱਥੇ ਪਿਲਾਤੁਸ ਕੋਲ ਜਦੋਂ ਪ੍ਰਭੂ ਯਿਸੂ ਨੂੰ ਲੈ ਗਏ ਉਸ ਸਮਾਂ
ਪ੍ਰਭੂ ਯਿਸੂ ਦੇ ਨਾਲ ਕੀ ਹੋਇਆ, ਸਭ ਕੁਝ ਅਸੀਂ ਪਵਿੱਤਰ ਵਚਨ ਦੇ ਵਿੱਚ ਵੇਖਦੇ ਹਾਂ। ਉਸ ਤੋਂ ਬਾਅਦ ਅਸੀਂ ਦੇਖਾਂਗੇ ਅਗਲਾ ਟੌਪਿਕ, ਯਿਸੂ ਦਾ ਮਖੌਲ ਉਡਾਉਣਾ। ਜ਼ਰੂਰ ਬਹੁਤ ਸਾਰੇ ਸਿਪਾਹੀਆਂ ਨੇ ਪ੍ਰਭੂ ਯਿਸੂ ਨੂੰ ਲੈ ਕੇ ਮਾਰਿਆ, ਕੁੱਟਿਆ, ਥੁੱਕਿਆ, ਬਹੁਤ ਕੁਝ ਗਲਤ ਕੰਮ ਕੀਤੇ, ਬਹੁਤ ਕੁਝ ਮਾੜਾ ਕੰਮ ਪ੍ਰਭੂ ਯਿਸੂ ਦੇ ਨਾਲ ਕੀਤੇ। ਲੇਕਿਨ ਉਹ ਸਭ ਕੁਝ ਹੋਣ ਦੇ ਬਾਵਜੂਦ ਵੀ ਪ੍ਰਭੂ ਯਿਸੂ ਇੱਕ ਗੱਲ ਵੀ ਨਹੀਂ ਕਹੀ। ਪ੍ਰਭੂ ਯਿਸੂ ਮਸੀਹ ਨੇ ਹਰ ਇੱਕ ਗੱਲ ਨੂੰ, ਹਰ ਇੱਕ ਦੁੱਖ ਨੂੰ ਚੁੱਪਚਾਪ ਸਹਿੰਦਾ ਰਿਹਾ ਤੇ ਪ੍ਰਭੂ ਆਪਣੇ ਖੁਦਾ ਬਾਪ ਦੀ ਮਹਿਮਾ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਪ੍ਰਗਟ ਕੀਤੀ ਹੈ। ਉਹਨਾਂ ਲੋਕਾਂ ਦੇ ਸਾਹਮਣੇ ਕਿਹਾ ਕਿ ਬਿਆਨ ਇਸ ਤਰ੍ਹਾਂ ਸੀ ਕਿ ਯਹੂਦੀਆਂ ਦਾ ਰਾਜਾ ਜੈ ਹੋ। ਮਖੌਲ ਉਡਾਉਣ ਦਾ ਤਰੀਕਾ ਇਹ ਸੀ ਕਿ ਉਹ ਪ੍ਰਭੂ ਯਿਸੂ ਮਸੀਹ ਨੂੰ ਰਾਜਾ ਬਣਾ ਕੇ ਮਖੌਲ ਉਡਾਇਆ ਕਿ ਯਹੂਦੀਆਂ ਦਾ ਰਾਜਾ ਜੈ ਹੋ। ਸੋ ਇਸ ਤਰ੍ਹਾਂ ਉਹਨਾਂ ਸਾਰੇ ਸਿਪਾਹੀਆਂ ਨੇ ਜੋ ਮਹਾਪੁਰੋਹਿਤਾਂ ਦੇ ਨਾਲ ਚੱਲਦੇ ਸਨ, ਪ੍ਰਭੂ ਯਿਸੂ ਮਸੀਹ ਨੂੰ ਕਲਵਰੀ ਪਹਾੜ ਵੱਲ ਲੈ ਕੇ ਜਾਣ ਲਈ ਤਿਆਰ ਕਰਦੇ ਸਨ, ਉਹ ਸਾਰੇ ਇਸ ਤਰ੍ਹਾਂ ਮਖੌਲ ਉਡਾਉਂਦੇ ਸਨ। ਕਿਸੇ ਨੇ ਪ੍ਰਭੂ ਯਿਸੂ ਮਸੀਹ ਦੇ ਗਲ ਤੇ ਮਾਰਿਆ, ਪ੍ਰਭੂ ਯਿਸੂ ਮਸੀਹ ਤੇ ਥੁੱਕਿਆ ਤੇ ਹੋਰ ਵੀ ਬਹੁਤ ਸਾਰੇ ਦੁੱਖਾਂ ਪਹੁੰਚਾਏ। ਹੁਣ ਅਗਲਾ ਟੌਪਿਕ ਅਸੀਂ ਦੇਖਾਂਗੇ ਕਲਵਰੀ ਦੀ ਯਾਤਰਾ। ਪ੍ਰਭੂ ਯਿਸੂ ਮਸੀਹ ਕਿੱਥੇ ਜਾਣਾ ਸੀ? ਪ੍ਰਭੂ ਯਿਸੂ ਮਸੀਹ ਸਲੀਬ ਚੁੱਕੇ ਕਲਵਰੀ ਪਹਾੜ ਤੱਕ ਜਾਣਾ ਸੀ ਅਤੇ ਵਹੀ ਪ੍ਰਭੂ ਯਿਸੂ ਮਸੀਹ ਨੂੰ ਕਲਵਰੀ ਪਹਾੜ ਤੱਕ ਲੈ ਕੇ ਜਾਣ ਲਈ ਉਹਨਾਂ ਦੇ ਨਾਲ ਬਹੁਤ ਸਾਰੇ ਸਿਪਾਹੀਆਂ ਸਨ ਅਤੇ ਹੋਰ ਵੀ ਬਹੁਤ ਸਾਰੇ ਲੋਕ ਪ੍ਰਭੂ ਦੀ ਪੈਰਵੀ ਕੀਤੀ, ਉਹਨਾਂ ਦੇ ਪਿੱਛੇ ਚੱਲ ਪਏ। ਲੇਕਿਨ ਜਾਂਦੇ ਜਾਂਦੇ ਸਮਾਂ ਪ੍ਰਭੂ ਯਿਸੂ ਨੂੰ ਪਹਿਲੋਂ ਰਾਤ ਤੋਂ ਗੈਤਸਮਨੀ ਬਾਗ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੇ ਦੁੱਖਾਂ ਪਹੁੰਚਾਏ, ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਨੇ ਕੋੜੇ ਮਾਰਿਆ, ਉਹਨਾਂ ਨੇ ਸਿਰ ਤੇ ਕੰਡਿਆਂ ਦਾ ਤਾਜ ਰੱਖਿਆ ਤੇ ਉਹਨਾਂ ਤੇ ਥੁੱਕਿਆ, ਉਹਨਾਂ ਨੂੰ ਮਾਰਿਆ। ਬਹੁਤ ਸਾਰੇ ਅਸੀਂ ਵੇਖਦੇ ਹਾਂ ਸਿਪਾਹੀਆਂ ਨੇ ਪ੍ਰਭੂ ਯਿਸੂ ਦੇ ਨਾਲ ਕੀਤੇ। ਲੇਕਿਨ ਅਸੀਂ ਵੇਖਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਕਲਵਰੀ ਪਹਾੜ ਵੱਲ ਜਾਂਦੇ ਸਮਾਂ ਪ੍ਰਭੂ ਯਿਸੂ ਦੀ ਮਦਦ ਕਰਨ ਲਈ ਇੱਕ ਆਦਮੀ ਆਉਂਦਾ ਹੈ। ਆਦਮੀ ਦਾ ਨਾਮ ਹੈ ਸ਼ਿਮਯੋਨ, ਜੋ ਕੁਰੀਨ ਦਾ ਨਿਵਾਸੀ ਸੀ। ਕੁਰੀਨ ਦੇ ਨਿਵਾਸੀ ਸ਼ਿਮਯੋਨ ਉੱਥੇ ਪਹੁੰਚਦਾ ਹੈ, ਉਹ ਸਲੀਬ ਚੁੱਕਣ ਲਈ ਪ੍ਰਭੂ ਯਿਸੂ ਦੀ ਮਦਦ ਕਰਦਾ ਹੈ। ਉਸੇ ਤਰ੍ਹਾਂ ਅਸੀਂ ਵੇਖਦੇ ਹਾਂ ਵੈਰੋਨਿਕਾ, ਜੋ ਪ੍ਰਭੂ ਯਿਸੂ ਦੇ ਪਿੱਛੇ ਚੱਲਦੀ ਸੀ, ਹਮੇਸ਼ਾ ਪ੍ਰਭੂ ਯਿਸੂ ਦੇ ਇੱਕ ਚੇਲਾ ਸੀ। ਵੈਰੋਨਿਕਾ ਵੀ ਪ੍ਰਭੂ ਯਿਸੂ ਮਸੀਹ ਦੇ ਮੂੰਹ ਪਹੁੰਚਿਆ ਅਤੇ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਰੁਮਾਲ ਤੇ ਉਹਨਾਂ ਦੇ ਚਿਹਰੇ ਦੇ ਤਸਵੀਰ ਦਿੱਤੇ। ਦੇਖੋ ਇੱਕ ਇਨਾਮ ਪ੍ਰਭੂ ਯਿਸੂ ਦੇ ਕਲਵਰੀ ਪਹਾੜ ਵੱਲ ਜਾਂਦੇ ਸਮਾਂ ਜਿੰਨੇ ਵੀ ਲੋਕ ਉਹਨਾਂ ਦੀ ਪੈਰਵੀ ਕੀਤੀ, ਉਹਨਾਂ ਸਾਰਿਆਂ ਨੂੰ ਪ੍ਰਭੂ ਯਿਸੂ ਬਰਕਤ ਦਿੱਤੀ ਹੈ। ਹੁਣ ਅਸੀਂ ਦੇਖਦੇ ਹਾਂ ਅਗਲੇ ਟੌਪਿਕ ਦੇ ਵਿੱਚ, ਯਿਸੂ ਸਲੀਬ ਤੇ ਮਰ ਗਿਆ ਹੈ, ਇਸ ਲਈ ਉਹ ਯਿਸੂ ਨੂੰ ਲੈ ਗਿਆ ਅਤੇ ਉਹ ਆਪਣੀ ਸਲੀਬ ਆਪ ਚੁੱਕੀ ਬਾਹਰ ਉਸ ਥਾਂ ਤੱਕ ਗਿਆ ਜਿਸ ਨੂੰ ਖੋਪੜੀ ਦਾ ਥਾਂ ਆਖਦੇ ਹਨ ਅਤੇ ਇਬਰਾਨੀ ਵਿੱਚ ਗੋਲਗੋਥਾ, ਗੋਲਗੋਥਾ ਜਿਸ ਦਾ ਮਤਲਬ ਹੈ ਖੋਪੜੀ ਦਾ ਥਾਂ। ਤੇ ਪਿਆਰਿਓ, ਪ੍ਰਭੂ ਯਿਸੂ ਮਸੀਹ ਨੂੰ ਉੱਥੇ ਪਹੁੰਚਾਇਆ, ਉੱਥੇ ਪਹੁੰਚ ਕੇ ਕਲਵਰੀ ਪਹਾੜ ਦੇ ਉੱਤੇ ਸਲੀਬ ਦੇ ਉੱਤੇ ਜਾਨ ਕੁਰਬਾਨ ਕਰਨ ਲਈ ਮਜਬੂਰ ਕੀਤਾ ਹੈ। ਪ੍ਰਭੂ ਯਿਸੂ ਮਸੀਹ ਦੇ ਦੋਨੋਂ ਹੱਥਾਂ ਤੇ ਪੈਰਾਂ ਤੇ 3 ਕਿੱਲਾਂ ਦੇ ਨਾਲ ਟੋਕਿਆ ਗਿਆ ਸੀ ਅਤੇ ਪ੍ਰਭੂ ਯਿਸੂ ਮਸੀਹ ਨੂੰ ਕਲਵਰੀ ਪਹਾੜ ਦੇ ਉੱਤੇ ਸਲੀਬ ਦੇ ਉੱਤੇ ਜਾਨ ਕੁਰਬਾਨ ਕਰਨ ਲਈ ਮਜਬੂਰ ਕੀਤਾ। ਅੱਗੇ ਅਸੀਂ ਦੇਖਦੇ ਹਾਂ ਪ੍ਰਭੂ ਯਿਸੂ ਮਸੀਹ ਜਦੋਂ ਮਰਨ ਵਾਲਾ ਸੀ, ਉਸ ਸਮਾਂ ਪ੍ਰਭੂ ਯਿਸੂ ਮਸੀਹ ਦੇ ਸਲੀਬ ਦੇ ਉੱਤੇ ਕੁਝ ਲਿਖ ਕੇ ਵੀ ਰੱਖਿਆ, INRI, ਪ੍ਰਭੂ ਯਿਸੂ ਮਸੀਹ, ਮੈਂ ਯਹੂਦੀਆਂ ਦਾ ਰਾਜਾ ਹਾਂ। ਤੇ ਜੋ ਪਿਲਾਤੁਸ ਨੇ ਕਿਹਾ, ਜੋ ਮੈਂ ਲਿਖਾ ਉਹ ਮੈਂ ਲਿਖ ਦਿੱਤਾ। ਤੇ ਪਿਆਰੇ ਬੱਚਿਓ, ਪ੍ਰਭੂ ਯਿਸੂ ਮਸੀਹ ਦੇ ਮੌਤ ਦੇ ਰਾਹੀਂ ਸਾਡੇ ਗੁਨਾਹਾਂ ਤੋਂ ਸਾਨੂੰ ਪ੍ਰਭੂ ਯਿਸੂ ਨੇ ਬਚਾਇਆ ਹੈ। ਪ੍ਰਭੂ ਯਿਸੂ ਮਸੀਹ ਦੇ ਮੌਤ ਦੇ ਸਮਾਂ ਦੇ ਵਿੱਚ ਵੀ ਸਾਨੂੰ ਮਾਫ ਕਰਨ ਲਈ ਪ੍ਰਭੂ ਯਿਸੂ ਨੇ ਸਿਖਾਇਆ ਹੈ। ਅਤੇ ਇੱਥੋਂ ਤੱਕ ਅਸੀਂ ਵੇਖ ਸਕਦੇ ਹਾਂ ਜਦੋਂ ਪ੍ਰਭੂ ਯਿਸੂ ਮਸੀਹ ਮਰਨ ਵਾਲਾ ਸੀ, ਉਸ ਸਮਾਂ ਉਹਨਾਂ ਨੇ ਇਹ ਵੇਖਿਆ ਕਿ ਬਾਕੀ ਦੋਨੋਂ ਡਾਕੂਆਂ ਮਰੇ ਨਹੀਂ ਹੈ, ਇਸ ਲਈ ਉਹਨਾਂ ਦੇ ਪੈਰਾਂ ਤੇ ਮਾਰ ਕੇ ਤੋੜ ਦਿੱਤੇ। ਲੇਕਿਨ ਪ੍ਰਭੂ ਯਿਸੂ ਮਸੀਹ ਦੇ ਵੱਖੀ ਤੇ ਨੇਜਾ ਮਾਰਿਆ। ਪ੍ਰਭੂ ਯਿਸੂ ਮਸੀਹ ਦੇ ਵੱਖੀ ਤੋਂ ਨਿਕਲੇ ਹੋਏ ਉਸ ਪਾਣੀ ਦੇ ਨਾਲ ਜਿਹੜੇ ਸੂਬੇਦਾਰ ਉੱਥੇ ਖੜਾ ਸੀ, ਉਹਨਾਂ ਨੇ ਇਹ ਗੱਲ ਕਹੀ ਕਿ ਇਹ ਸੱਚਮੁੱਚ ਇੱਕ ਧਰਮੀ ਆਦਮੀ ਸੀ। ਦੇਖੋ, ਪ੍ਰਭੂ ਯਿਸੂ ਮਸੀਹ ਦੇ ਮੌਤ ਦੇ ਸਮਾਂ ਦੇ ਵਿੱਚ ਵੀ ਲੋਕਾਂ ਨੂੰ ਕਾਫੀ ਆਸ਼ੀਸ਼ ਮਿਲਿਆ ਹੈ, ਬਰਕਤ ਮਿਲਿਆ ਹੈ।
ਅੱਜ ਸਾਨੂੰ ਵੀ ਉਹੀ ਆਸ਼ੀਸ਼ ਬਰਕਤ ਪ੍ਰਭੂ ਯਿਸੂ ਮਸੀਹ ਪਵਿੱਤਰ ਕੁਰਬਾਨੀ ਦੇ ਰਾਹੀਂ ਸਾਨੂੰ ਦਿੰਦਾ ਹੈ। ਹੁਣ ਅਸੀਂ ਦੇਖਦੇ ਹਾਂ ਅਗਲੇ ਟੌਪਿਕ ਹੈ ਰੋਜ਼ਾ ਰੱਖਣਾ। ਰੋਜ਼ੇ ਦਾ ਕੀ ਮਤਲਬ ਹੈ? ਇੰਗਲਿਸ਼ ਭਾਸ਼ਾ ਦੇ ਵਿੱਚ ਅਸੀਂ ਵੇਖਦੇ ਹਾਂ ਲੈਂਟ ਯਾਨੀ ਲੈਂਟਨ ਸੀਜ਼ਨ। ਲੈਂਟਨ ਸੀਜ਼ਨ ਦਾ ਮਤਲਬ ਯਾਨੀ ਬਸੰਤ ਦੇ ਸਮਾਂ ਹੈ। ਬਸੰਤ ਰੁੱਤ ਦਾ ਸਮਾਂ, ਦਿਨਾਂ ਦੇ ਲੰਬੇ ਹੋਣ ਦਾ ਸਮਾਂ। ਸੋ ਖਾਸ ਕਰਕੇ ਸਾਨੂੰ ਇੱਕ ਖੁਸ਼ੀ ਦਾ ਸਮਾਂ ਦੇਣ ਦਾ ਸਮਾਂ ਹੈ ਇਸ ਰੋਜ਼ੇ ਦਾ ਸਮਾਂ। ਖੁਸ਼ੀ ਕੀ ਹੈ? ਕਈ ਵਾਰੀ ਲੋਕਾਂ ਦੇ ਮਨ ਦੇ ਵਿੱਚ ਇਹ ਸੋਚੇ ਕਿ ਰੋਜ਼ੇ ਦਾ ਸਮਾਂ ਅਸੀਂ ਦੁਖੀ ਹੋ ਕੇ ਬੈਠਣਾ ਨਹੀਂ। ਰੋਜ਼ੇ ਦਾ ਸਮਾਂ ਹੈ ਅਸੀਂ ਆਪਣੇ ਗੁਨਾਹਾਂ ਦੇ ਉੱਤੇ ਪਛਤਾਵਾ ਕਰਨ ਦਾ ਸਮਾਂ। ਅਸੀਂ 40 ਦਿਨ ਪ੍ਰਭੂ ਦੇ ਲਈ ਆਪਣੇ ਆਪ ਨੂੰ ਤਿਆਗ ਕਰਕੇ, ਆਪਣੇ ਕੁਝ ਮਨ ਦੀ ਇੱਛਾਵਾਂ ਨੂੰ, ਵਾਸਨਾਵਾਂ ਨੂੰ ਤਿਆਗ ਕਰਕੇ ਪ੍ਰਭੂ ਦੇ ਨਾਲ ਪ੍ਰਾਰਥਨਾ ਕਰਨ ਦਾ ਸਮਾਂ। ਕਿਉਂਕਿ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਜਾਨ ਕੁਰਬਾਨ ਕਰਨ ਦੇ ਰਾਹ ਤੇ ਜੀ ਉਠਣ ਦੇ ਰਾਹ ਸਾਨੂੰ ਨਜਾਤ ਬਖਸ਼ਣ ਵਾਲਾ ਹੈ। ਇਸ ਲਈ ਉਸ ਨਜਾਤ ਨੂੰ ਪ੍ਰਾਪਤ ਕਰਨ ਲਈ, ਮੁਕਤੀ ਹਾਸਲ ਕਰਨ ਲਈ ਅਸੀਂ ਆਪਣੇ ਆਪ ਨੂੰ ਤਿਆਰ ਕਰਨ ਦਾ ਸਮਾਂ ਹੈ ਰੋਜ਼ੇ ਦਾ ਸਮਾਂ। ਸੋ ਕੈਥੋਲਿਕ ਚਰਚ ਦੇ ਵਿਸ਼ਵਾਸ ਦੇ ਮੁਤਾਬਿਕ 40 ਦਿਨ ਅਸੀਂ ਰੋਜ਼ਾ ਰੱਖਦੇ ਹਾਂ, ਪ੍ਰਾਰਥਨਾ ਕਰਦੇ ਹਾਂ। ਅਸੀਂ ਵੇਖਦੇ ਹਾਂ ਪਹਿਲੀ ਸਦੀ ਵਿੱਚ ਰੋਜ਼ੇ ਰੱਖਣ ਦਾ ਪ੍ਰਥਾ ਨਹੀਂ ਸੀ। ਪਹਿਲੀ ਵਾਰੀ ਰੋਜ਼ੇ ਰੱਖਣ ਦੇ ਸੰਬੰਧੀ ਕਲੀਸਿਆ ਦੁਆਰਾ ਰੋਮ ਵਿਖੇ ਹੋਈ ਨੀਸਿਆ ਦੇ ਕਾਉਂਸਿਲ ਦੁਆਰਾ 325 ਈਸਵੀ ਵਿੱਚ ਦੱਸਿਆ ਗਿਆ, ਜਦ ਸ਼ਹਿਨशाह ਕੌਂਸਟੈਂਟਾਈਨ ਨੇ ਈਸਾਈ ਧਰਮ ਨੂੰ ਰੋਮਨ ਬਾਦਸ਼ਾਹ ਦੇ ਆਧਿਕਾਰਿਤ ਰਾਜ ਧਰਮ ਵੱਲੋਂ ਮਾਨਤਾ ਦੇ ਦਿੱਤੀ ਤੇ 325 ਦੇ ਵਿੱਚ ਕੈਥੋਲਿਕ ਨੂੰ ਉਹੀ ਆਜ਼ਾਦੀ ਮਿਲੀ ਅਤੇ ਉਸ ਸਮਾਂ ਤੋਂ ਲੈ ਕੇ ਅਸੀਂ ਰੋਜ਼ੇ ਰੱਖਣ ਦੇ ਬਾਰੇ ਸਮਝਦੇ ਹਾਂ ਤੇ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਦੇ ਹਾਂ। ਤੇ ਅਸੀਂ ਵੇਖਦੇ ਹਾਂ ਸਨ 360 ਈਸਵੀ ਵਿੱਚ ਲਾਓਡੀਸੀਆ ਦੀ ਕਾਉਂਸਿਲ ਨੇ ਆਧਿਕਾਰਿਤ ਤੌਰ ਤੇ ਕਲੀਸਿਆ ਨੂੰ ਰੋਜ਼ੇ ਰੱਖਣ ਦਾ ਹੁਕਮ ਦਿੱਤਾ। ਸੋ 360 ਤੋਂ ਅਸੀਂ ਰੋਜ਼ਾ ਰੱਖਣ ਦਾ ਅਤੇ ਪ੍ਰਾਰਥਨਾ ਕਰਨ ਦੇ ਖਾਸ ਰਿਵਾਜ ਸ਼ੁਰੂ ਕਰ ਦਿੱਤੇ ਹਨ। ਹੁਣ ਉਸ ਦੇ ਮੁਤਾਬਿਕ 40 ਦਿਨ ਅਸੀਂ ਇਹ ਰੋਜ਼ਾ ਰੱਖਣਾ ਜ਼ਰੂਰੀ ਹੈ ਅਤੇ ਉਸ ਰੋਜ਼ਾ ਰੱਖਣ ਦੇ ਰਾਹੀਂ ਅਸੀਂ ਵੇਖਦੇ ਹਾਂ ਸੰਤ ਲੂਕਾ ਦੀ ਅੰਜੀਲ ਉਸ ਦਾ 4 ਬਾਬ ਦੇ 1 ਆਇਤ ਤੋਂ 13ਵਾਂ ਆਇਤ ਤੱਕ, ਜਿੱਥੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਪ੍ਰਭੂ ਦਾ ਵਿਰਾਨੇ ਵਿੱਚ ਰੋਜ਼ਾ ਰੱਖਣ ਅਤੇ ਅਜਮਾਇਸ਼ ਦਾ ਸਮਾਂ 40 ਦਿਨ ਸੀ, ਉਸ ਗੱਲ ਨੂੰ ਯਾਦ ਕਰਦੇ ਹੋਏ ਅਸੀਂ ਵੀ ਰੋਜ਼ਾ ਰੱਖਦੇ ਹਾਂ, ਪ੍ਰਾਰਥਨਾ ਕਰਦੇ ਹਾਂ। ਹੁਣ ਅਸੀਂ ਦੇਖਾਂਗੇ ਰਾਖ ਬੁੱਧਵਾਰ। ਰਾਖ ਬੁੱਧਵਾਰ ਯਾਨੀ ਰੋਜ਼ੇ ਦਾ ਪਹਿਲਾ ਦਿਨ। ਰੋਜ਼ੇ ਦਾ ਆਰੰਭ ਰਾਖ ਬੁੱਧਵਾਰ ਤੋਂ ਸ਼ੁਰੂ ਹੁੰਦਾ ਹੈ। ਇਸ ਦਿਨ ਪਵਿੱਤਰ ਰਾਖ ਵਿਸ਼ਵਾਸੀਆਂ ਦੇ ਮੱਥੇ ਉੱਤੇ ਲਾਈ ਜਾਂਦੀ ਹੈ। ਉਹ ਪੁਰੋਹਿਤ ਵਿਸ਼ਵਾਸੀ ਦੇ ਮੱਥੇ ਉੱਤੇ ਰਾਖ ਨਾਲ ਸਲੀਬ ਦਾ ਨਿਸ਼ਾਨ ਬਣਾਉਂਦਾ ਹੋਇਆ ਇਹ ਸ਼ਬਦ ਕਹਿੰਦਾ ਹੈ, ਇਹ ਮਨੁੱਖ ਯਾਦ ਰੱਖ, ਤੂੰ ਮਿੱਟੀ ਹੈ ਅਤੇ ਮਿੱਟੀ ਵਿੱਚ ਮਿਲ ਜਾਵੇਗਾ। ਅਤੇ ਰਾਖ ਬੁੱਧਵਾਰ ਦਾ ਦਿਨ ਖਾਸ ਕਰਕੇ ਪਛਤਾਵਾ ਕਰਨ ਦਾ ਸਮਾਂ ਹੈ। ਯੋਨਾ ਨਬੀ ਦੇ ਪੁਸਤਕ ਦੇ ਵਿੱਚ ਅਸੀਂ ਵੇਖਦੇ ਹਾਂ ਨਿਨਵੇ ਦੇ ਲੋਕਾਂ ਨੂੰ ਖਾਸ ਕਰਕੇ ਯੋਨਾ ਨਬੀ ਇਹ ਕਹਿੰਦਾ ਸੀ ਕਿ ਤੁਸੀਂ ਪਛਤਾਵਾ ਕਰੋ, ਤੌਬਾ ਕਰੋ, ਅਤੇ ਆਖਿਰ ਵਿੱਚ ਉਹਨਾਂ ਨੇ ਤੌਬਾ ਕਰਦੇ ਹਨ। ਟਾਟ ਪਹਿਨ ਕੇ ਉਹ ਤੌਬਾ ਕਰਦੇ ਹਨ, ਮੱਥੇ ਤੇ ਸਰੀਰ ਤੇ ਪੂਰਾ ਰਾਖ ਲਾ ਕੇ ਉਹ ਪਛਤਾਵਾ ਕੀਤਾ। ਸਾਡੇ ਲਈ ਵੀ ਸਮਾਂ ਹੈ ਰਾਖ ਬੁੱਧਵਾਰ ਤੋਂ। ਰਾਖ ਬੁੱਧਵਾਰ ਦਾ ਦਿਨ ਖਾਸ ਕਰਕੇ ਇਹ ਆਗਿਆ ਦਿੱਤੀ ਜਾਂਦੀ ਹੈ ਕਿ ਅਸੀਂ ਵੀ ਆਪਣੇ ਗੁਨਾਹਾਂ ਦੇ ਉੱਤੇ ਪਛਤਾਉਣਾ ਅਤੇ ਆਪਣੇ ਜ਼ਿੰਦਗੀ ਦੇ ਵਿੱਚ ਖਾਸ ਕਰਕੇ ਨਵਾਂ ਸਮਾਂ ਦੇ ਵਿੱਚ ਪ੍ਰਭੂ ਦੇ ਨਾਲ ਜੁੜ ਕੇ ਰਹਿਣ ਲਈ ਨਵਾਂ ਸਮਾਂ ਦੇ ਵਿੱਚ ਪ੍ਰਵੇਸ਼ ਹੋਣਾ। ਸੋ ਇਹ ਰਾਖ ਬੁੱਧਵਾਰ ਦੇ ਬਾਰੇ ਅਸੀਂ ਪੜ੍ਹਦੇ ਹਾਂ। ਹੁਣ ਅਸੀਂ ਦੇਖਦੇ ਹਾਂ ਪਾਕ ਹਫਤਾ। ਪਾਕ ਹਫਤਾ ਸ਼ੁਰੂ ਹੋ ਜਾਂਦਾ ਹੈ ਰੋਜ਼ਿਆਂ ਦੇ 5 ਹਫ਼ਤਿਆਂ ਤੋਂ ਬਾਅਦ ਆਉਣ ਵਾਲੇ ਹਫਤਾ ਪਾਕ ਹਫਤਾ ਦੇ ਤੌਰ ਤੇ ਮਨਾਇਆ ਜਾਂਦਾ ਹੈ। ਅਸੀਂ ਦੇਖਦੇ ਹਾਂ ਅਗਲੇ ਟੌਪਿਕ ਖਜੂਰੀ ਐਤਵਾਰ। ਖਜੂਰੀ ਐਤਵਾਰ ਯਾਨੀ ਪਾਕ ਹਫਤੇ ਦੇ ਵਿੱਚ ਪਹਿਲਾ ਦਿਨ ਯਾਨੀ ਐਤਵਾਰ ਦਾ ਦਿਨ ਅਸੀਂ ਖਜੂਰੀ ਐਤਵਾਰ ਦੇ ਤੌਰ ਤੇ ਮਨਾਉਂਦੇ ਹਾਂ। ਅਤੇ ਇਸ ਦਿਨ ਅਸੀਂ ਯਾਦ ਕਰਦੇ ਹਾਂ ਯਰੂਸ਼ਲਮ ਸ਼ਹਿਰ ਦੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਆਖਰੀ ਵਾਰੀ ਪ੍ਰਵੇਸ਼ ਹੋਇਆ, ਉਸ ਸਮਾਂ ਲੋਕਾਂ ਨੇ ਬੜੀ ਖੁਸ਼ੀ ਦੇ ਨਾਲ ਹੋਸਾਨਾ ਹੋਸਾਨੇ ਦਾ ਨਾਰਾ ਲਾ ਕੇ ਉਹਨਾਂ ਦਾ ਸਵਾਗਤ ਕੀਤੇ। ਅਤੇ ਹੋਸਾਨਾ ਦਾ ਮਤਲਬ ਇਹ ਪ੍ਰਭੂ ਮੈਨੂੰ ਬਚਾਵੋ। ਤੇ ਪ੍ਰਭੂ ਯਿਸੂ ਮਸੀਹ ਜਦੋਂ ਯਰੂਸ਼ਲਮ ਦੇ ਵਿੱਚ ਪ੍ਰਵੇਸ਼ ਹੋਇਆ ਤੇ ਉਹਨਾਂ ਨੂੰ ਇਹ ਜੈਤੂਨ ਦੇ ਟਾਹਣੀਆਂ ਦੇ ਨਾਲ ਕੱਪੜਾ ਵਿਛਾ ਕੇ ਉਹਨਾਂ ਦਾ ਸਵਾਗਤ ਕੀਤੇ। ਤੇ ਉਸ ਦੀ ਯਾਦਗਾਰੀ ਦੇ ਵਿੱਚ ਅਸੀਂ ਖਜੂਰੀ ਐਤਵਾਰ
ਮਨਾਉਂਦੇ ਹਾਂ। ਅਸੀਂ ਆਪਣੇ ਚਰਚਾਂ ਦੇ ਵਿੱਚ ਵੀ ਇਸ ਰਿਵਾਜ ਨੂੰ ਅਸੀਂ ਯਾਦ ਕਰਦੇ ਹਾਂ ਅਤੇ ਅਸੀਂ ਖਜੂਰੀ ਐਤਵਾਰ ਦਾ ਦਿਨ ਪ੍ਰਾਰਥਨਾ ਕਰਦੇ ਹਾਂ। ਹੁਣ ਅਸੀਂ ਦੇਖਦੇ ਹਾਂ ਪਾਕ ਵੀਰਵਾਰ। ਪਾਕ ਵੀਰਵਾਰ ਯਾਨੀ ਮੌਂਡੀ ਥਰਸਡੇ। ਪਾਕ ਵੀਰਵਾਰ ਦਾ ਦਿਨ ਹੈ ਜਿਸ ਦਿਨ ਅਸੀਂ ਪਾਸਕਾ ਦਾ ਤਿਉਹਾਰ ਮਨਾਉਂਦੇ ਹਾਂ। ਪਾਸਕਾ ਕੀ ਹੈ? ਪਾਸਕਾ ਉਹੀ ਹੈ ਆਖਰੀ ਖਾਣਾ। ਅਤੇ ਇਸ ਦਿਨ ਖਾਸ ਕਰਕੇ 3 ਗੱਲਾਂ ਨੂੰ ਅਸੀਂ ਯਾਦ ਕਰਦੇ ਹਾਂ। ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਪਾਕ ਯੂਕਰਿਸਤ ਦੀ ਸਥਾਪਨਾ ਕੀਤੀ। ਜਦੋਂ ਪ੍ਰਭੂ ਯਿਸੂ ਨੇ ਇਹ ਗੱਲ ਕਿਹਾ ਕਿ ਇਹ ਮੇਰੀ ਯਾਦ ਵਿੱਚ ਕਰਿਆ ਕਰੋ, ਉਸ ਸਮਾਂ ਪ੍ਰਭੂ ਯਿਸੂ ਮਸੀਹ ਨੇ ਪਾਕ ਯੂਕਰਿਸਤ ਦੀ ਸਥਾਪਨਾ ਕੀਤੀ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਪ੍ਰਭੂ ਯਿਸੂ ਮਸੀਹ ਨੇ ਪੁਰੋਹਿਤਾਈ ਦੇ ਜੋ ਪਾਕ ਖਿਦਮਤ ਦੇ ਸਾਕਰਮੈਂਟ ਨੂੰ ਸਥਾਪਿਤ ਕੀਤਾ ਹੈ। ਪਾਕ ਖਿਦਮਤ ਦੇ ਸਾਕਰਮੈਂਟ ਨੂੰ ਸਥਾਪਿਤ ਕੀਤਾ ਹੈ। ਤੇ ਇੱਕ ਹੋਰ ਗੱਲ ਨੂੰ ਅਸੀਂ ਯਾਦ ਕਰਦੇ ਹਾਂ, ਪ੍ਰਭੂ ਯਿਸੂ ਮਸੀਹ ਦਾ ਆਪਣੇ ਚੇਲਿਆਂ ਦਾ ਪੈਰ ਧੋਣ ਦਾ ਰਸਮ, ਆਪਣੇ ਆਪ ਨੂੰ ਛੋਟਾ ਸਮਝਣ ਦਾ ਸਮਾਂ, ਹਲੀਮੀ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੇ ਪਾਕ ਵੀਰਵਾਰ ਦਾ ਦਿਨ ਸਾਨੂੰ ਸਿਖਾਇਆ ਹੈ। ਤੇ ਉਸੇ ਦਿਨ ਪਾਕ ਕ੍ਰਿਸਮਸ ਦੇ ਤੌਰ ਤੇ ਹਰ ਇੱਕ ਡਾਇਸਿਸ ਦੇ ਵਿੱਚ ਬਿਸ਼ਪ ਸਾਹਿਬ ਜੀ ਦੇ ਅਗਵਾਈ ਦੇ ਹੇਠ ਮਨਾਇਆ ਜਾਂਦਾ ਹੈ। ਸਾਰੇ ਪੁਰੋਹਿਤਾਂ ਨੂੰ ਇਕੱਠੇ ਕਰਕੇ ਪਾਕ ਮਾਸ ਦੀ ਕੁਰਬਾਨੀ ਕ੍ਰਿਸਮਸ ਚੜਾਉਂਦੇ ਹਨ। ਹੁਣ ਅਸੀਂ ਦੇਖਦੇ ਹਾਂ ਗੁੱਡ ਫਰਾਈਡੇ। ਗੁੱਡ ਫਰਾਈਡੇ ਯਾਨੀ ਪਾਕ ਸ਼ੁੱਕਰਵਾਰ। ਪਾਕ ਸ਼ੁੱਕਰਵਾਰ ਦਾ ਦਿਨ ਉਹੀ ਦਿਨ ਹੈ ਜਿਸ ਦਿਨ ਪ੍ਰਭੂ ਯਿਸੂ ਮਸੀਹ ਸਾਡੇ ਲਈ ਆਪਣਾ ਜਾਨ ਕੁਰਬਾਨ ਕਰ ਦਿੱਤਾ। ਪ੍ਰਭੂ ਯਿਸੂ ਨੇ ਸਾਡੇ ਨਜਾਤ ਲਈ ਆਪਣੀ ਜਾਨ ਕੁਰਬਾਨ ਕੀਤੀ। ਸੋ ਉਸ ਦਿਨ ਨੂੰ ਅਸੀਂ ਗੁੱਡ ਫਰਾਈਡੇ ਦੇ ਤੌਰ ਤੇ ਮਨਾਉਂਦੇ ਹਾਂ। ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਪਾਕ ਸ਼ਨੀਵਾਰ। ਪਾਕ ਸ਼ਨੀਵਾਰ ਉਹੀ ਦਿਨ ਹੈ ਜਿਸ ਦਿਨ ਅਸੀਂ ਪ੍ਰਭੂ ਯਿਸੂ ਦੇ ਜੀ ਉੱਠਣ ਦੇ ਉਡੀਕ ਦੇ ਵਿੱਚ ਖਾਸ ਕਰਕੇ ਪ੍ਰਾਰਥਨਾ ਕਰਨ ਦਾ ਦਿਨ, ਅਸੀਂ ਖਾਸ ਪ੍ਰਾਰਥਨਾ ਕਰਦੇ ਹਾਂ ਪਾਕ ਸ਼ਨੀਵਾਰ ਦਾ ਦਿਨ। ਉਸ ਤੋਂ ਬਾਅਦ ਪਾਸਕਾ ਦਾ ਈਦ। ਪਾਸਕਾ ਦੀ ਈਦ ਮਤਲਬ ਪ੍ਰਭੂ ਯਿਸੂ ਮਸੀਹ ਦਾ ਜੀ ਉੱਠਣ ਦਾ ਈਦ। ਸੋ ਪਿਆਰਿਓ, ਅਸੀਂ ਈਸਟਰ ਵੀ ਅਸੀਂ ਮਨਾਉਂਦੇ। ਈਸਟਰ ਸ਼ਬਦ ਦਾ ਨਿਕਾਸ, ਈਸਟਰ ਸ਼ਬਦ ਐਂਗਲੋ ਸੈਕਸਨ ਸ਼ਬਦ ਦੀ ਬਸੰਤ ਦੀ ਦੇਵੀ ਯੇਸਤਰੋਂ ਜਾਂ ਯੋਸਤਰੇ ਤੋਂ ਲਿਆ ਗਿਆ ਹੈ। ਯੋਸਤਰੇ ਬਸੰਤ ਦੀ ਰੁੱਤ ਜੀਵਨ ਵਿੱਚ ਨਵੀਨਤਾ ਲਿਆਉਣ ਦਾ ਮਨਖ ਰੱਖ ਕੇ ਮਨਾਇਆ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੋਮ ਦੀ ਕਲੀਸਿਆ ਨੇ ਉਸ ਸਮੇਂ ਦੇ ਪੁਰਾਤਨ ਗੈਰ ਈਸਾਈ ਰਿਵਾਜਾਂ ਨੂੰ ਇੱਕ ਨਵਾਂ ਰੂਪ ਦੇ ਕੇ ਉਹਨਾਂ ਤੇ ਈਸਾਈ ਮੋਹਰ ਲਗਾਈ। ਇਸ ਲਈ ਯੋਸਤਰੇ ਬਸੰਤ ਰੁੱਤ ਨਵੀਨਤਾ ਲਿਆਉਣ ਦਾ ਹੈ। ਉੱਥੇ ਇਸ ਰੁੱਤੇ ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਖੁਸ਼ੀ ਮਨਾਈ ਜਾਂਦੀ ਹੈ। ਅਗਲਾ ਅਸੀਂ ਵੇਖਦੇ ਹਾਂ ਈਸਟਰ ਲਈ ਅਣਮਿੱਥੀ ਤਾਰੀਖ ਦਾ ਕਾਰਨ। ਕ੍ਰਿਸਮਸ ਲਈ 25 ਦਸੰਬਰ ਦੀ ਤਾਰੀਖ ਮਿੱਥੀ ਹੋਈ ਹੈ, ਪਰ ਈਸਟਰ ਦਾ ਤਿਉਹਾਰ ਕਿਸੇ ਨਿਸ਼ਚਿਤ ਤਾਰੀਖ ਨੂੰ ਨਹੀਂ ਮਨਾਉਂਦਾ। ਇਹ ਖਾਸ ਕਰਕੇ ਮਨਾਉਂਦੇ ਹਾਂ 22 ਮਾਰਚ ਤੋਂ 25 ਅਪ੍ਰੈਲ ਦੇ ਵਿਚਕਾਰ ਕੋਈ ਵੀ ਇੱਕ ਐਤਵਾਰ ਦਾ ਦਿਨ। ਉਸ ਦਿਨ ਅਸੀਂ ਈਸਟਰ ਦਾ ਦਿਨ ਮਨਾ ਸਕਦੇ ਹਾਂ, ਈਸਟਰ ਦੀ ਈਦ ਮਨਾ ਸਕਦੇ ਹਾਂ। ਹੁਣ ਅਸੀਂ ਦੇਖਦੇ ਹਾਂ ਪਾਸਕਾ ਜਾਗਰਣ ਦੌਰਾਨ ਵਰਤੇ ਜਾਣ ਵਾਲੇ ਪ੍ਰਤੀਕ। ਤੇ ਉਸ ਦਿਨ ਅਸੀਂ ਖਾਸ ਕਰਕੇ ਅੱਗ ਦੇਖਦੇ ਹਾਂ। ਪਾਸਕਾ ਦਾ ਦਿਨ ਰਾਤ ਦੇ ਪ੍ਰਾਰਥਨਾ ਦੇ ਵਿੱਚ, ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਅਸੀਂ ਅੱਗ ਨੂੰ, ਨਵੇਂ ਅੱਗ ਦੇ ਬਰਕਤ ਦਿੰਦੇ ਹਾਂ। ਪਾਸਕਾ ਜਾਗਰਣ ਦੀ ਪੂਜਾ ਵਿਧੀ ਦੀ ਰੀਤ ਨਵੀਂ ਅੱਗ ਬਾਲ ਕੇ ਸ਼ੁਰੂ ਕੀਤੀ ਜਾਂਦੀ ਹੈ। ਇਹ ਅੱਗ ਖੁਦਾ ਦੀ ਮੌਜੂਦਗੀ ਦਾ ਇੱਕ ਪ੍ਰਤੀਕ ਹੈ। ਪੁਰਾਣੇ ਨੇਮ ਵਿੱਚ ਅਸੀਂ ਪੜ੍ਹਦੇ ਹਾਂ ਕਿ ਖੁਦਾ ਇਸਰਾਏਲੀ ਲੋਕਾਂ ਦੀ ਅਗਵਾਈ ਖੁਦ ਅੱਗ ਦਾ ਖੰਭਾ ਬਣ ਕੇ ਕਰਦਾ ਸੀ। ਕੁਝ ਦੇ ਪੁਸਤਕ ਦੇ ਵਿੱਚ ਉਸ ਦਾ 13 ਬਾਬ ਦੇ 21 ਆਇਤ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿਸ ਤਰ੍ਹਾਂ ਅੱਗ ਲੋਕਾਂ ਨੂੰ ਨਵਾਂ ਜੀਵਨ ਦਿੰਦਾ ਹੈ। ਨਵਾਂ ਜੀਵਨ ਦਾ ਪ੍ਰਤੀਕ ਹੈ, ਖੁਦਾ ਦੀ ਮੌਜੂਦਗੀ ਦੀ ਪ੍ਰਤੀਕ ਹੈ। ਹੁਣ ਅਸੀਂ ਦੇਖਾਂਗੇ ਪਾਸਕਾ ਮੋਮਬੱਤੀ। ਪਾਸਕਾ ਮੋਮਬੱਤੀ ਉਸ ਸਮਾਂ ਜਾਗਰਣ ਦੀ ਪ੍ਰਾਰਥਨਾ ਦੇ ਵਿੱਚ, ਪੂਜਾ ਵਿਧੀ ਦੇ ਵਿੱਚ ਅਸੀਂ ਖਾਸ ਕਰਕੇ ਪਾਸਕਾ ਮੋਮਬੱਤੀ ਦੀ ਬਰਕਤ ਦਿੰਦੇ ਹਾਂ। ਅਤੇ ਇਸ ਪਾਸਕਾ ਮੋਮਬੱਤੀ ਦੇ ਵਿੱਚ ਵੱਖ-ਵੱਖ ਗੱਲਾਂ ਲਿਖਿਆ ਜਾਂਦਾ ਹੈ, ਜਿਸ ਤਰ੍ਹਾਂ ਮੋਮਬੱਤੀ ਤੇ ਸਲੀਬ ਦਾ ਨਿਸ਼ਾਨ। ਮੋਮਬੱਤੀ ਤੇ ਸਲੀਬ ਦਾ ਚਿੰਨ੍ਹ ਸਾਨੂੰ ਉਸ ਸਲੀਬ ਦੀ ਯਾਦ ਦਿਲਾਉਂਦਾ ਹੈ ਜਿਸ ਉੱਤੇ ਯਿਸੂ ਨੇ ਜਾਨ ਦੇ ਕੇ ਸਾਨੂੰ ਮੁਕਤੀ ਦਿੱਤੀ ਹੈ। ਸੋ ਮੁਕਤੀ ਦਾ ਪ੍ਰਤੀਕ ਹੈ ਉਸ ਸਲੀਬ। ਲੁਬਾਨ ਦੇ ਗੋਲੇ। ਮੋਮਬੱਤੀ ਵਿੱਚ ਲੁਬਾਨ ਦੇ 5 ਗੋਲੇ ਲਗਾਏ ਜਾਂਦੇ ਹਨ ਜੋ ਯਿਸੂ ਮਸੀਹ ਦੇ 5 ਜ਼ਖਮਾਂ ਜਿਹੜੇ ਹੱਥਾਂ,
ਪੈਰਾਂ ਤੋਂ ਵੱਖੀ ਵਿੱਚ ਕੀਤੇ ਗਏ ਦੇ ਪ੍ਰਤੀਕ ਹਨ। ਸੋ ਇਹ 5 ਗੋਲੇ ਨੂੰ ਅਸੀਂ ਪ੍ਰਭੂ ਯਿਸੂ ਦੇ 5 ਜ਼ਖਮਾਂ ਦੇ ਤੌਰ ਤੇ ਯਾਦ ਕਰਦੇ ਹਾਂ ਅਤੇ ਮਨਾਉਂਦੇ ਹਾਂ। ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਆਲਫਾ ਅਤੇ ਓਮੇਗਾ। ਪਵਿੱਤਰ ਵਚਨ ਦੇ ਵਿੱਚ ਲਿਖਿਆ, ਯੂਨਾਨੀ ਭਾਸ਼ਾ ਦਾ ਪਹਿਲਾ ਤੇ ਆਖਰੀ ਅੱਖਰ ਇਹ ਦਰਸਾਉਂਦਾ ਹੈ ਕਿ ਯਿਸੂ ਮਸੀਹ ਆਦਿ ਅਤੇ ਅੰਤ ਹੈ, ਆਲਫਾ ਅਤੇ ਓਮੇਗਾ। ਤੇ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਸਾਲ, ਜਿਹੜੇ ਸਾਲ ਦੇ ਵਿੱਚ ਅਸੀਂ ਈਸਟਰ ਮਨਾਉਂਦੇ ਹਾਂ ਉਸ ਸਾਲ ਨੂੰ ਵੀ ਉਹਦੇ ਵਿੱਚ ਲਿਖਿਆ ਜਾਂਦਾ ਹੈ। ਉਹਦੇ ਵਿੱਚ ਲਿਖਣ ਦਾ ਮਤਲਬ ਇਹੀ ਹੈ, ਪਾਸਕਾ ਮੋਮਬੱਤੀ ਤੇ ਸਾਲ ਵੀ ਲਿਖਿਆ ਜਾਂਦਾ ਹੈ, ਜਿਸ ਦਾ ਮਤਲਬ ਹੈ ਕਿ ਸਾਰੇ ਸਮੇਂ ਤੇ ਯੁੱਗ ਪ੍ਰਭੂ ਯਿਸੂ ਮਸੀਹ ਦੇ ਹਨ। ਸੋ ਪ੍ਰਭੂ ਯਿਸੂ ਮਸੀਹ ਨੇ ਇਸ ਸਮਾਂ ਸਾਨੂੰ ਦਿੱਤਾ ਹੈ ਤੇ ਉਹ ਪ੍ਰਭੂ ਯਿਸੂ ਮਸੀਹ ਦਾ ਹੀ ਹੈ। ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਪਾਕ ਪਾਣੀ, ਪਾਣੀ ਨੂੰ ਬਰਕਤ ਦਿੱਤਾ ਜਾਂਦਾ ਹੈ। ਇਸ ਦਿਨ ਪਾਕ ਪਾਣੀ ਦੀ ਬਰਕਤ ਕੀਤੀ ਜਾਂਦੀ ਹੈ। ਇਹ ਪਾਣੀ ਸਾਰਾ ਸਾਲ ਖਾਸ ਬਰਕਤ ਵਾਸਤੇ ਵਰਤਿਆ ਜਾਂਦਾ ਹੈ। ਕਲੀਸਿਆ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਖੁਦਾ ਦੇ ਲੋਕ 40 ਦਿਨਾਂ ਦੀ ਤਿਆਰੀ ਦੇ ਬਾਅਦ ਇਸ ਦਿਨ ਬਪਤਿਸਮੇ ਅਤੇ ਪਾਕ ਯੂਕਰਿਸਤ ਦਾ ਸਾਕਰਮੈਂਟ ਸਵੀਕਾਰ ਕਰਦੇ ਹਨ। ਸੋ ਬਪਤਿਸਮੇ ਦੇ ਰਾਹੀਂ ਨਵਾਂ ਜਨਮ ਮਿਲਦਾ ਹੈ ਅਤੇ ਪਾਣੀ ਵੀ ਇੱਕ ਨਵਾਂ ਜੀਵਨ ਦਾ ਇੱਕ ਪ੍ਰਤੀਕ ਹੈ, ਜੀਵਨ ਦੇਣ ਦਾ, ਜੀਵਨ ਦਾ ਸਮਾਂ ਦਾ ਪ੍ਰਤੀਕ ਹੈ। ਜਿਹੜੇ ਸ਼ਬਦ ਅੱਲੇਲੂਇਆ, ਅੱਲੇਲੂਇਆ ਦੇ ਸ਼ਬਦ ਵੀ ਉਸ ਦਿਨ ਵਰਤਿਆ ਜਾਂਦਾ ਹੈ। ਅੱਲੇਲੂਇਆ ਦਾ ਸ਼ਬਦ ਇਬਰਾਨੀ ਭਾਸ਼ਾ ਤੋਂ ਲਿਆ ਗਿਆ ਹੈ। ਇਸ ਦਾ ਮਤਲਬ ਹੈ ਖੁਦਾ ਦੀ ਵਡਿਆਈ। ਇਹ ਸ਼ਬਦ ਜ਼ਬੂਰਾਂ ਦੀ ਪੋਥੀ ਵਿੱਚ ਆਉਂਦਾ ਹੈ, ਜ਼ਬੂਰ 111 117 ਆਇਤ। ਇਸ ਸ਼ਬਦ ਦੀ ਵਰਤੋਂ ਰੋਜ਼ਾਂ ਦੇ ਸਮੇਂ ਵਿੱਚ ਨਹੀਂ ਹੁੰਦੀ ਕਿਉਂਕਿ ਇਹ ਸ਼ਬਦ ਖੁਸ਼ੀ ਨੂੰ ਪ੍ਰਗਟਾਉਂਦਾ ਹੈ। ਤੇ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਪਾਸਕਾ ਅੰਡਾ, ਈਸਟਰ ਐਗ। ਕਲੀਸਿਆ ਵਿੱਚ ਈਸਟਰ ਤੇ ਤਿਉਹਾਰ ਨੂੰ ਯੋਗ ਢੰਗ ਨਾਲ ਮਨਾਉਣ ਲਈ ਕਈ ਰੀਤ ਰਿਵਾਜ ਪ੍ਰਚਲਿਤ ਸਨ। ਯਿਸੂ ਮਸੀਹ ਨੇ ਜੀ ਉੱਠਣ ਦੀ ਖੁਸ਼ੀ ਸਾਂਝੀ ਕਰਨ ਲਈ ਸਾਰਾ ਪਰਿਵਾਰ ਇਕੱਠਾ ਹੁੰਦਾ ਸੀ। ਪਰਿਵਾਰ ਸਾਰੇ ਜੀ ਇੱਕ ਦੂਜੇ ਨੂੰ ਯਿਸੂ ਮਸੀਹ ਦੇ ਜੀ ਉੱਠਣ ਦੀ ਖੁਸ਼ੀ ਦੀ ਵਧਾਈ ਦਿੰਦੇ ਹੋਏ ਈਸਟਰ ਅੰਡਾ ਦਿੰਦੇ ਸਨ। ਅੰਡਾ ਨਵੇਂ ਜੀਵਨ ਦਾ ਪ੍ਰਤੀਕ ਹੈ। ਅੰਡਿਆਂ ਨੂੰ ਵੱਖ-ਵੱਖ ਡਿਜ਼ਾਈਨ ਵਿੱਚ ਬਦਲਣ ਲਈ ਮੋਮ ਵਿੱਚ ਭਿਉਂ ਕੇ ਠੰਡੀ ਥਾਂ ਤੇ ਰੱਖਿਆ ਜਾਂਦਾ ਸੀ। ਇਹਨਾਂ ਨੂੰ ਵੱਖ ਡਿਜ਼ਾਈਨਾਂ ਵਿੱਚ ਬਣਾ ਕੇ ਪਾਸਕਾ ਜਾਗਰਣ ਦੇ ਦੌਰਾਨ ਬਰਕਤ ਲਈ ਗਿਰਜੇ ਲੈ ਕੇ ਜਾਇਆ ਜਾਂਦਾ ਸੀ। ਕਈ ਜਗ੍ਹਾ ਤੇ ਈਸਟਰ ਅੰਡਾ ਵਟਾਉਣ ਦਾ ਰਿਵਾਜ ਵੀ ਮਸ਼ਹੂਰ ਸੀ। ਪੁਰਾਣੀਆਂ ਸਭਿਅਤਾਵਾਂ ਵਿੱਚ ਅੰਡੇ ਦੇ ਭਾਵ ਸ੍ਰਿਸ਼ਟੀ ਦੀ ਸਿਰਜਣਾ ਤੋਂ ਹੈ। ਮੰਨਿਆ ਜਾਂਦਾ ਹੈ ਕਿ ਧਰਤੀ ਅਤੇ ਆਕਾਸ਼ ਬ੍ਰਹਮੰਡ ਦੇ ਹਿੱਸੇ ਹਨ। ਇਸ ਲਈ ਪਹਿਲੇ ਲੋਕ ਅੰਡੇ ਨੂੰ ਨਵਾਂ ਜਨਮ ਜਾਂ ਨਵੀਂ ਜ਼ਿੰਦਗੀ ਮੰਨਦੇ ਸਨ। ਯਾਨੀ ਈਸਟਰ ਐਗ ਦੇਣ ਦਾ ਮਤਲਬ ਇਹੀ ਹੈ ਕਿ ਅਸੀਂ ਆਪਣੀ ਖੁਸ਼ੀ ਇੱਕ ਦੂਸਰੇ ਦੇ ਨਾਲ ਸਾਂਝਾ ਕਰਦੇ ਹਨ, ਪ੍ਰਗਟ ਕਰਦੇ ਹਨ। ਉਸ ਤੋਂ ਬਾਅਦ ਅਸੀਂ ਵੇਖਾਂਗੇ ਯਹੂਦੀ ਪਾਸਕਾ। ਯਹੂਦੀ ਪਾਸਕਾ ਇਹੀ ਹੈ ਜਿਸ ਦਿਨ ਮੂਸਾ ਨਬੀ ਉਹਨਾਂ ਸਾਰੀ ਇਸਰਾਇਲ ਕੌਮ ਨੂੰ ਮਿਸਰ ਦੇਸ਼ ਤੋਂ ਬਾਹਰ ਕੱਢਣਾ ਸੀ ਖੁਦਾ ਦੀ ਯੋਜਨਾ ਦੇ ਮੁਤਾਬਿਕ। ਉਸ ਦਿਨ ਖੁਦਾ ਦੇ ਜੋ ਫਰਿਸ਼ਤੇ ਹੈ ਉਹਨਾਂ ਨੂੰ ਇਹ ਗੱਲ ਕਹੀ ਕਿ ਖੁਦਾ ਦਾ ਫਰਿਸ਼ਤਾ ਤੁਹਾਡੇ ਘਰ ਦੇ ਸਾਹਮਣੋਂ ਲੰਘਣਗੇ ਉਸ ਸਮਾਂ ਜਿੱਥੇ ਜਿੱਥੇ ਲੇਲਾ ਦੇ ਖੂਨ ਲਾਇਆ ਜਾਣਗੇ ਉਹਨਾਂ ਪਰਿਵਾਰਾਂ ਨੂੰ ਛੱਡ ਕੇ ਬਾਕੀ ਪਰਿਵਾਰਾਂ ਦੇ ਵਿੱਚ ਜੋ ਵੀ ਮਿਸਰ ਦੇਸ਼ ਦੇ ਲੋਕਾਂ ਦੇ ਜੋ ਬੱਚੇ ਹਨ ਉਹਨਾਂ ਦੇ ਪਲੇਠੇ ਬੱਚੇ ਉਹਨਾਂ ਸਾਰਿਆਂ ਨੂੰ ਮਾਰਿਆ ਜਾਣਗੇ। ਤੇ ਇਸ ਤਰ੍ਹਾਂ ਉਹ ਪਾਸਕਾ ਲੋਕ ਮਨਾਏ ਤੇ ਉਹ ਪਾਸਕਾ ਨੂੰ ਅੱਜ ਅਸੀਂ ਵੀ ਯਾਦ ਕਰਦੇ ਹਾਂ। ਲੇਕਿਨ ਜੋ ਖੁਦਾ ਦਾ ਲੇਲਾ ਹੈ ਉਸ ਲੇਲੇ ਦੇ ਲਹੂ ਦੇ ਨਾਲ ਖੂਨ ਦੇ ਰਾਹੀਂ ਅੱਜ ਸਾਨੂੰ ਵੀ ਮੁਕਤੀ ਮਿਲੀ ਹੈ। ਹੁਣ ਅਸੀਂ ਦੇਖਾਂਗੇ ਆਖਰੀ ਜਿਹੜੇ ਪੁਆਇੰਟ ਹੈ 14 ਮੁਕਾਮ ਦੀ ਸ਼ੁਰੂਆਤ। ਪ੍ਰਭੂ ਯਿਸੂ ਮਸੀਹ ਦੇ ਕਲਵਰੀ ਪਹਾੜ ਵੱਲ ਜਾਂਦੇ ਦੁੱਖਾਂ ਦੀ ਯਾਦ ਨੂੰ ਮਨਾਉਣ ਲਈ 12ਵੀਂ ਸਦੀ ਵਿੱਚ ਬਹੁਤ ਸਾਰੇ ਲੋਕ ਯਰੂਸ਼ਲਮ ਵਿੱਚ ਜਾਂਦੇ ਸਨ ਤਾਂ ਕਿ ਉਹ ਉਸ ਰਸਤੇ ਤੋਂ ਪ੍ਰਾਰਥਨਾਮਈ ਢੰਗ ਨਾਲ ਗੁਜ਼ਰਨ ਜਿੱਥੋਂ ਪ੍ਰਭੂ ਯਿਸੂ ਸਲੀਬ ਚੁੱਕੇ ਗੁਜ਼ਰੇ ਸਨ। ਹੌਲੀ ਹੌਲੀ ਪੱਛਮੀ ਯੂਰਪ ਵਿੱਚ ਇਹ ਪ੍ਰਥਾ ਜ਼ੋਰ ਫੜਨ ਲੱਗੀ। ਲੋਕ ਭਾਰੀ ਗਿਣਤੀ ਵਿੱਚ ਪ੍ਰਭੂ ਯਿਸੂ ਮਸੀਹ ਦੇ ਦੁੱਖਾਂ ਤੇ ਮਨਨ ਚਿੰਤਨ ਕਰਦੇ ਸਨ ਜਿਨ੍ਹਾਂ ਨੂੰ ਮੁਕਾਮ ਕਿਹਾ ਜਾਂਦਾ ਸੀ। ਪਰ 14 ਮੁਕਾਮ ਦੀ ਭਗਤੀ ਨੂੰ ਵਧਾਉਣ ਵਾਲਾ ਪੋਰਟ ਮੋਰਿਸ ਦਾ ਫ੍ਰਾਂਸਿਸਕਨ ਲਿਓਨਾਰਡ ਸੀ ਜਿਸ ਨੇ 14 ਮੁਕਾਮ ਦੀ ਉਚਿਤ ਸ਼ਬਦ ਵਿੱਚ ਸਥਾਪਨਾ ਕੀਤੀ। ਸੋ ਪਿਆਰੇ ਬੱਚਿਓ,
ਇਹਨਾਂ ਸਾਰੀ ਗੱਲਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਦੁੱਖ ਭੋਗ, ਉਹਨਾਂ ਦੀ ਮੌਤ ਸਾਡੇ ਲਈ ਕਿੰਨੀ ਕਿ ਮਹਾਨ ਸੀ। ਅਤੇ ਉਹੀ ਪ੍ਰਭੂ ਯਿਸੂ ਅੱਜ ਸਾਨੂੰ ਵੀ ਉਹਨਾਂ ਦੇ ਪਵਿੱਤਰ ਬਦਨ ਅਤੇ ਲਹੂ ਪਾਕ ਯੂਕਰਿਸਤ ਦੇ ਵਿੱਚ ਦਿੰਦਾ ਹੈ ਅਤੇ ਸਾਡੀ ਜ਼ਿੰਦਗੀ ਨੂੰ ਵੀ ਬਦਲਦਾ ਹੈ। ਸੋ ਬਾਕੀ ਸਾਰੇ ਸਵਾਲ ਜਵਾਬ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਅਤੇ ਉਸ ਤੋਂ ਬਾਅਦ ਪ੍ਰਭੂ ਹਰ ਇੱਕ ਟੋਪਿਕ ਦੇ ਵਿੱਚ ਇਸ ਦਾ ਜਵਾਬ ਦਿੱਤਾ ਹੋਇਆ ਹੈ। ਤੁਸੀਂ ਇਹਦੇ ਬਾਰੇ ਹੋਰ ਵੀ ਮਨੋਚਿੰਤਨ ਕਰ ਸਕਦੇ ਹੋ, ਰਿਵਾਈਜ਼ ਕਰੋ ਅਤੇ ਇਸ ਤਾਲੀਮ ਦੇ ਵਿੱਚ ਹੋਰ ਵੀ ਵਧੀਆ ਢੰਗ ਦੇ ਨਾਲ ਅੱਗੇ ਵਧੋ। ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ।